ਆਓ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਦੀਪਕ ਜੀ ਦੇ ਨਾਲ। ਕੀ ਕੁਝ ਚੱਲ ਰਿਹਾ ਹੈ ਪੰਜਾਬ ਅਤੇ ਮੁਲਕ ਭਰ ਦੇ ਵਿੱਚ, ਉੱਥੇ ਉਸ ਦੇ ਉੱਤੇ ਝਾਤਖੋਰੀ ਕਰਦੇ ਹਾਂ। ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਦੀਪਕ ਜੀ। ਮੋਰਿੰਡਾ ਬੇਅਦਬੀ ਮਾਮਲੇ ਦਾ ਜਿਹੜਾ ਦੋਸ਼ੀ ਜਸਬੀਰ ਜੱਸੀ ਦੀ ਮੌਤ ਹੋ ਗਈ। ਬਿਲਕੁਲ ਜੀ, 24 ਅਪ੍ਰੈਲ ਨੂੰ ਇਹ ਘਟਨਾ ਮੋਰਿੰਡਾ ਦੇ ਇਤਿਹਾਸਕ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ ਵਾਪਰੀ ਸੀ। ਜਿਹਦਾ ਵੀਡੀਓ ਕਲਿੱਪ ਸਾਹਮਣੇ ਆਉਣ ਤੋਂ ਬਾਅਦ ਕਿੰਨੇ ਹੀ ਹਿਰਦਿਆਂ ਨੂੰ ਠੇਸ ਪਹੁੰਚਦੀ ਹੈ ਕਿ ਉਹ ਬੰਦਾ ਅੰਦਰ ਆਉਂਦਾ ਤੇ ਹੱਥ ਜਾ ਮਾਰਦਾ ਹੋਇਆ ਸੰਗਤ ਨੂੰ ਪਰੇ ਕਰਦਾ, ਅਚਾਨਕ ਉਹ ਜਿਹੜੀ ਗ੍ਰਿਲ ਲੱਗੀ ਹੁੰਦੀ ਹੈ ਉਹਨੂੰ ਟੱਪ ਕੇ ਪਾਠੀ ਸਿੰਘਾਂ ਨਾਲ ਉਹਨਾਂ ਨਾਲ ਧੱਕਾ ਮੁੱਕੀ ਕਰਦਾ, ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਹੱਥ ਮਾਰ ਕੇ ਖਿੰਡਾਉਣ ਦੀ ਕੋਸ਼ਿਸ਼ ਕਰਦਾ। ਜਿਹੜੀ ਬੀਬੀ ਪਿੱਛੇ ਚੌਰ ਸਾਹਿਬ ਦੀ ਸੇਵਾ ਨਿਭਾ ਰਹੀ ਸੀ ਉਹਨੂੰ ਵੀ ਮਤਲਬ ਕਿ ਜਦੋਂ ਰੋਕਣ ਦੀ ਕੋਸ਼ਿਸ਼ ਕਰਦੇ ਆ ਉਸਨੂੰ ਵੀ ਧੱਕਾ ਮਾਰਦਾ ਤੇ ਉਸ ਤੋਂ ਬਾਅਦ ਸੰਗਤ ਉਹਨੂੰ ਫੜ ਵੀ ਲੈਂਦੀ ਆ, ਉਹਦੇ ਨਾਲ ਚੰਗੀ ਕੁੱਟਮਾਰ ਵੀ ਹੁੰਦੀ ਹੈ ਤੇ ਪੁਲਿਸ ਉਸ ਨੂੰ ਆਪਣੀ ਹਿਰਾਸਤ ਵਿੱਚ ਵੀ ਲੈ ਲੈਂਦੀ ਹੈ। ਉਸ ਤੋਂ ਬਾਅਦ ਧਰਨਾ ਮੁਜ਼ਾਹਰਾ ਵੀ ਚੱਲਦਾ, ਰੋਸ ਮੁਜ਼ਾਹਰਾ ਚੱਲਦਾ, ਪਰ ਉਸ ਨੂੰ ਪੁਲਿਸ ਆਪਣੀ ਕਸਟਡੀ 'ਚ ਲੈਣ ਤੋਂ ਬਾਅਦ ਮਾਨਸਾ ਦੀ ਜੇਲ੍ਹ 'ਚ ਲੈ ਜਾਂਦੀ ਹੈ। ਤੇ ਮਾਨਸਾ ਦੀ ਜੇਲ੍ਹ ਦੇ ਵਿੱਚ ਪਤਾ ਲੱਗਦਾ ਕਿ ਲੰਘੇ ਸੋਮਵਾਰ ਦੀ ਭਾਰਤੀ ਸਮੇਂ ਅਨੁਸਾਰ ਸੋਮਵਾਰ ਦੀ ਸ਼ਾਮ ਜੇ ਨੂੰ 4 ਵਜੇ ਤੋਂ ਬਾਅਦ ਉਸ ਨੂੰ ਕਹਿੰਦੇ ਕਿ ਸਾਹ ਲੈਣ ਦੀ ਦਿੱਕਤ ਆ ਰਹੀ ਆ ਜੀ, ਹੈ ਨਾ। ਉਹਦੀ ਸਿਹਤ ਉਹ ਕਹਿੰਦਾ ਠੀਕ ਨਹੀਂ, ਮੈਨੂੰ ਆਪਣੇ ਦਿਲ ਦੇ ਵਾਲੇ ਪਾਸੇ ਦਰਦ ਜਾਂ ਮਹਿਸੂਸ ਹੁੰਦਾ ਤੇ ਉੱਥੇ ਮੈਡੀਕਲੀ ਚੈੱਕਅਪ ਤੋਂ ਬਾਅਦ ਲੱਗਦਾ ਕਿ ਉਹਨੂੰ ਹਸਪਤਾਲ ਲਿਜਾਣਾ ਪੈਣਾ ਤੇ ਉਹਨੂੰ ਮਾਨਸਾ ਦੇ ਹਸਪਤਾਲ ਲਿਆਂਦਾ ਜਾਂਦਾ ਤੇ ਉੱਥੇ ਰਾਤ 9:15 ਵਜੇ ਪਤਾ ਲੱਗਦਾ ਕਿ ਉਹ ਇਲਾਜ ਦੇ ਦੌਰਾਨ ਹੀ ਦਮ ਤੋੜ ਜਾਂਦਾ ਤੇ ਮੁੱਢਲਾ ਕਾਰਨ ਇਹੀ ਮੰਨਿਆ ਜਾ ਰਿਹਾ ਕਿ ਉਹਨੂੰ ਸ਼ਾਇਦ ਸਾਹ ਲੈਣ ਦੀ ਦਿੱਕਤ ਆਈ, ਸ਼ਾਇਦ ਹਾਰਟ ਅਟੈਕ ਦੀ ਕੋਈ ਦਿੱਕਤ ਹੈ ਜਾਂ ਮਤਲਬ ਕਿ ਕਿਸੇ ਤਰ੍ਹਾਂ ਮਤਲਬ ਦਿਲ ਦੇ ਵਿੱਚ ਦਰਦ ਹੋਣ ਕਾਰਨ ਉਹਦੀ ਜਾਨ ਗਈ ਹੈ। ਸੋ ਮੁੱਢਲਾ ਕਾਰਨ ਨਹੀਂ ਮੰਨਿਆ ਜਾ ਰਿਹਾ, ਪਰ ਹੁਣ ਕਹਿੰਦੇ ਕਿ ਬਕਾਇਦਾ ਉਹਦਾ ਪੋਸਟਮਾਰਟਮ ਹੋਏਗਾ, ਉਹਦੇ ਵਿੱਚ ਉਹ ਰਿਪੋਰਟ ਉਹ ਤੱਥ ਸਾਹਮਣੇ ਆ ਜਾਣਗੇ ਮੌਤ ਦਾ ਕਾਰਨ ਕੀ ਹੈ ਜੀ। ਇਸ ਘਟਨਾ ਨੇ ਰਾਤ 9:30 ਵਜੇ ਜਦੋਂ ਇਹ ਖਬਰ ਨਸ਼ਰ ਹੋਣੀ ਸ਼ੁਰੂ ਹੋਈ, 9:30 ਵਜੇ ਤੋਂ ਪਤਾ ਲੱਗਣਾ ਸ਼ੁਰੂ ਹੋਇਆ ਤਾਂ ਸੋਸ਼ਲ ਮੀਡੀਆ ਤੇ ਹੌਲੀ ਫੈਲਣੀ, ਤਾਂ ਉਹਦੇ ਪਰ ਮੈਂ ਕਮੈਂਟ ਦੇਖ ਰਿਹਾ ਸੀ, ਕੁਝ ਨੇ ਇਸ ਹਵਾਲੇ ਨਾਲ ਗੱਲ ਕੀਤੀ ਕਿ ਇਹ ਕੁਦਰਤ ਦਾ ਭਾਣਾ, ਇੱਥੇ ਹੀ ਇਨਸਾਫ ਹੈ, ਇੱਥੇ ਹੀ ਸੱਚ ਝੂਠ ਦਾ ਨਿਤਾਰਾ ਹੋ ਜਾਂਦਾ। ਪਰ ਕੁਝ ਨੇ ਕਿਹਾ ਕਿ ਹੋ ਸਕਦਾ ਕਿ ਇਹਦੇ ਪਿੱਛੇ ਮਤਲਬ ਕਿ ਉਸ ਦਿਨ ਦੀ ਜਿਹੜੀ ਕੁੱਟਮਾਰ ਹੈ ਉਹ ਕਾਰਨ ਬਣ ਗਈ ਹੋਵੇ, ਕਿਤੇ ਕੋਈ ਇਹੀ ਜਿਹੀ ਗੁੱਝੀ ਸੱਟ ਲੱਗ ਗਈ ਹੋਵੇ। ਕੁਝ ਕਹਿੰਦੇ ਕਿ ਨਹੀਂ, ਪੁਲਿਸ ਕਸਟਡੀ ਦੇ ਵਿੱਚ ਵੀ ਕਿਤੇ ਇਹ ਨਾ ਹੋਇਆ ਹੋਵੇ ਕਿ ਕੌਣ ਇਹਨੂੰ ਕੋਰਟ ਕਚਹਿਰੀ ਲੈ ਕੇ ਇਹ ਘੁੰਮੂਗਾ, ਕਿਤੇ ਇਹੋ ਜਿਹਾ ਕੁਛ ਇਹ ਵੀ ਨਾ ਹੋਵੇ ਕਿ ਉੱਥੇ ਵੀ ਕੋਈ ਵਰਤਾਰਾ ਇਹੋ ਜਿਹਾ ਵਾਪਰਿਆ ਹੋਵੇ ਕਿ ਕਿਉਂਕਿ ਕਿੰਨਿਆਂ ਦੇ ਹਿਰਦੇ ਬਲੂੰਦ ਰਹੇ ਨੇ, ਇਸ ਲਈ ਵੀ ਇਹ ਮੰਨਿਆ ਜਾ ਰਿਹਾ। ਸੋ ਇਹ ਤਿੰਨੇ ਹਵਾਲਿਆਂ ਨਾਲ ਚਰਚਾ ਖੂਬ ਕੱਲ ਦੀ ਚੱਲ ਰਹੀ ਹੈ ਜੀ, ਤੇ ਇਹ ਆਉਣ ਵਾਲੇ ਦਿਨਾਂ 'ਚ ਇਹਦੀ ਜਾਂਚ ਵੀ ਹੋਏਗੀ ਜੋ ਮਰਜ਼ੀ ਹੋਵੇ। ਪਰ ਇਹ ਮਤਲਬ ਕਿ 7ਵੇਂ ਦਿਨ ਬੇਅਦਬੀ ਕਾਂਡ ਦੇ 7ਵੇਂ ਦਿਨ ਜਸਬੀਰ ਸਿੰਘ ਜੱਸੀ ਦੀ ਮੌਤ ਹੋ ਜਾਂਦੀ ਹੈ। ਹੁਣ ਇਸ ਨੂੰ ਕੁਝ ਕੁਦਰਤੀ ਵਰਤਾਰਾ ਮੰਨ ਕੇ ਚੱਲ ਰਹੇ ਨੇ ਕਿ ਇਹ ਕੁਦਰਤ ਦੇ ਰੰਗ ਨੇ, ਕਿ ਤੁਸੀਂ ਦੇਖੋਗੇ ਜਿਹੜਾ ਮਤਲਬ ਉਹ ਇਸ ਨੂੰ ਇਸ ਹਵਾਲੇ ਨਾਲ ਵੀ ਕੱਢਿਆ ਜਾ ਰਿਹਾ ਕਿ ਤੁਸੀਂ ਝਾਤ ਮਾਰ ਕੇ ਦੇਖੋ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਤੇ ਸਮੇਂ-ਸਮੇਂ ਹਮਲੇ ਕੀਤੇ, ਉਹਨਾਂ ਦਾ ਹਸ਼ਰ ਕੀ ਹੋਇਆ ਆਪਣੇ ਆਪ ਇਸ ਹਵਾਲੇ ਨਾਲ ਵੀ। ਪਰ ਇਹਦੇ ਵਿੱਚੋਂ ਇੱਕ ਫਿਕਰਮੰਦੀ ਅਜੇ ਖੜੀ ਆ ਰਾਜਵੀਰ ਜੀ, ਕਿ ਉਹ ਇਹ ਆ ਕਿ ਸਵਾਲ ਇਹ ਹੈ ਕਿ ਕਿਤੇ ਇਹ ਤਾਂ ਨਹੀਂ ਕਿ ਇਹਦੇ ਪਿੱਛੇ ਕੋਈ ਹੋਰ ਸੀ, ਉਹ ਤੋਂ ਉੱਥੇ ਤੱਕ ਪਹੁੰਚਣ ਤੋਂ ਫੇਰ ਵਾਂਝੇ ਰਹਿ ਗਏ। ਇਹ ਪਹਿਲਾਂ ਵੀ ਕਈ ਵਾਰ ਅਜਿਹੇ ਸਵਾਲ ਉੱਠੇ ਨੇ ਕਿ ਕਈ ਵਾਰ ਕੀ ਇਹਦੇ ਨਾਲ ਸਬੂਤ ਤਾਂ ਨਹੀਂ ਮਿਟ ਗਏ, ਇਹਦੇ ਨਾਲ ਉੱਥੇ ਤੱਕ ਪਹੁੰਚਣ ਦੇ। ਬੇਸ਼ੱਕ ਉਹਦੇ ਨੇੜਲੇ ਪਰਿਵਾਰਾਂ, ਆਂਢੀਆਂ ਗੁਆਂਢੀਆਂ ਵੱਲੋਂ ਕਿਹਾ ਗਿਆ ਨਹੀਂ ਜੀ ਦਵਾਈ ਚੱਲਦੀ ਹੈ ਜੀ, ਮਤਲਬ ਕੀ ਅਜਿਹੇ ਲੋਕ ਮਤਲਬ ਕਿਸੇ ਦੇ ਹੱਥ ਠੋਕ ਕੇ ਤਾਂ ਨਹੀਂ ਬਣ ਕੇ ਜੀਆਂ ਮਦਭਾਗੀ ਘਟਨਾ ਨੂੰ ਅੰਜਾਮ ਦਿੰਦੇ। ਇਸ ਲਈ ਇਹ ਸਵਾਲ ਜਿਉਂਦਾ ਤੀ ਉੱਥੇ ਹੀ ਖੜਾ ਹੈ ਕਿ ਕਿਤੇ ਇਹਦੇ ਨਾਲ ਸਾਰਾ ਕੁਝ ਧੋਤਾ ਤਾਂ ਨਹੀਂ ਗਿਆ, ਮਾਮਲਾ ਹੀ ਖਤਮ ਹੋ ਗਿਆ ਹੋਵੇ। ਇਹ ਵੀ ਇੱਕ ਪਹਿਲੂ ਹੈਗਾ। ਸੋ ਕੱਲ ਦੀ ਖਬਰ ਹੈ ਜੀ, ਹੁਣ ਅੱਜ ਉਹ ਤੋਂ ਬਾਅਦ ਪੋਸਟਮਾਰਟਮ ਤੋਂ ਬਾਅਦ ਉਹਦੇ ਪਰਿਵਾਰ ਨੂੰ ਮੇਰਾ ਖਿਆਲ ਉਹਦੀ ਦੇਹ ਸੌਂਪ ਦੇਣਗੇ ਤੇ ਉਹ ਤੋਂ ਬਾਅਦ ਫਿਰ ਉਹਦਾ ਸੰਸਕਾਰ ਕੀਤਾ ਜਾਣਾ। ਪਰ ਅਜੇ ਪੋਸਟਮਾਰਟਮ ਹੋਣਾ, ਉਸ ਤੋਂ ਬਾਅਦ ਮੌਤ ਦੇ ਕਾਰਨ ਸਾਹਮਣੇ ਆਉਣ ਦਾ ਪਹਿਲੂ ਖੜਾ ਤੇ ਫਿਰ ਉਹ ਤੋਂ ਬਾਅਦ ਇੱਕ ਜਾਂਚ ਟੀਮ ਨੇ ਜਾਂਚ ਵੀ ਕਰਨਾ ਕਿ ਇਹਦੇ ਪਿੱਛੇ ਕੋਈ ਹੋਰ ਕਾਰਨ ਤਾਂ ਨਹੀਂ ਸੀਗਾ। ਸੋ ਇਹ ਸਾਰੇ ਪਹਿਲੂ ਅਜੇ ਵਿਚਾਰਦੀ ਨੇ। ਜੀ ਜੀ ਬਿਲਕੁਲ।